ਹਾਲੇਲੂਇਆ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਅੱਜ ਦਾ ਦਿਨ ਦਿੱਤਾ। ਅੱਜ ਦੇ ਦਿਨ ਲਈ ਪਰਮੇਸ਼ਰ ਨੇ ਸਾਨੂੰ ਦਿੱਤਾ। ਅਸੀਂ ਪਰਮੇਸ਼ਰ ਦਾ ਕੋਟੀ ਕੋਟੀ ਧੰਨਵਾਦ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚ ਪਹਿਲਾਂ ਪੜ੍ਹਦੇ ਹਾਂ ਕਿ ਪਰਮੇਸ਼ਰ ਨੇ ਪਹਿਲਾਂ ਅਸੀਂ ਸਿੱਖਦੇ ਹਾਂ ਪਰਮੇਸ਼ਰ ਚੰਗਾ ਕਰਨ ਵਾਲਾ ਵਾ। ਜਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਿੱਚ ਦ੍ਰਿਸ਼ਟਾਂਤਾਂ ਨੂੰ ਵੀ ਸਿੱਖਿਆ ਵਾ। ਅਤੇ ਅੱਜ ਅਸੀਂ ਸਿੱਖਾਂਗੇ ਸ੍ਰਿਸ਼ਟੀ ਕਰਤਾ ਪਰਮੇਸ਼ਰ ਦੇ ਬਾਰੇ ਕਿ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕਿਸ ਤਰ੍ਹਾਂ ਕੀਤੀ ਆ। ਅੱਜ ਦੇ ਬਚਨ ਦੇ ਸੁਣਨ ਤੋਂ ਪਹਿਲਾਂ ਅਸੀਂ ਇੱਕ ਛੋਟੀ ਜਿਹੀ ਪ੍ਰਾਰਥਨਾ ਕਰਾਂਗੇ। ਹਾਲੇਲੂਇਆ ਹਾਲੇਲੂਇਆ। ਸਰਬ ਸ਼ਕਤੀਮਾਨ ਜ਼ਮੀਨ ਤੇ ਆਕਾਸ਼ ਦੇ ਮਾਲਕ, ਤੇਰੀ ਦਇਆ ਚਾਹੁੰਦੇ ਹਾਂ, ਤੇਰੀ ਕਿਰਪਾ ਚਾਹੁੰਦੇ ਹਾਂ। ਹਰ ਇੱਕ ਬਾਤ ਲਈ ਮੈਂ ਤੇਰਾ ਕੋਟੀ ਕੋਟੀ ਧੰਨਵਾਦ ਕਰਦਾ ਪਿਤਾ ਪਰਮੇਸ਼ਰ। ਪ੍ਰਭੂ ਜੀ ਅੱਜ ਤੁਸੀਂ ਮੈਨੂੰ ਆਪਣੀ ਸਹਾਇਤਾ ਦਿਓ। ਆਪ ਜੀ ਪਵਿੱਤਰ ਆਤਮਾ ਦਿਓ ਪਿਤਾ ਪਰਮੇਸ਼ਰ। ਆਪਦੀ ਰੂਹ ਦਾ ਦੁੱਗਣਾ ਮਸਾ ਦਿਓ ਪਿਤਾ ਪਰਮੇਸ਼ਰ। ਪ੍ਰਭੂ ਜੀ ਅੱਜ ਦੇ ਵਚਨ ਦੇ ਪ੍ਰਭੂ ਜੀ ਜੋ ਵੀ ਮੈਂ ਅਸੀਂ ਅੱਜ ਦੇ ਵਚਨ 'ਚ ਤੇਰੇ ਬਾਰੇ ਸ੍ਰਿਸ਼ਟੀ ਕਰਤਾ ਪਰਮੇਸ਼ਰ ਦੇ ਬਾਰੇ ਸਿੱਖਣ ਵਾਸਤੇ ਜਾ ਰਿਹਾ, ਉਹਦੇ ਵਿੱਚ ਤੁਸੀਂ ਸਾਡੀ ਸਹਾਇਤਾ ਕਰੋ ਪਿਤਾ ਪਰਮੇਸ਼ਰ। ਪ੍ਰਭੂ ਜੀ ਤੁਸੀਂ ਮੈਨੂੰ ਬਲ ਦਿਓ, ਤਾਕਤ ਦਿਓ। ਪ੍ਰਭੂ ਜੀ ਅੱਜ ਦੇ ਵਚਨ ਦੇ ਸੁਣਨ ਤੋਂ ਪਹਿਲਾਂ ਸਾਡੇ ਆਤਮਿਕ ਕੰਨਾਂ ਤੇ ਆਤਮਿਕ ਅੱਖਾਂ ਨੂੰ ਖੋਲ੍ਹ ਦਿਓ ਪਿਤਾ ਪਰਮੇਸ਼ਰ। ਤੁਸੀਂ ਸਾਡੀ ਸਹਾਇਤਾ ਕਰਨਾ ਪਿਤਾ ਪਰਮੇਸ਼ਰ। ਅੱਜ ਦੇ ਵਚਨ ਦੇ ਦੁਆਰਾ ਪ੍ਰਭੂ ਜੀ ਤੁਸੀਂ ਇਹਨਾਂ ਨੂੰ ਆਸ਼ੀਸ਼ ਦੇਣਾ, ਇਹਨਾਂ ਦੀ ਜ਼ਿੰਦਗੀ ਵਿੱਚ ਵੱਡੇ ਵੱਡੇ ਕੰਮ ਕਰਨਾ ਪਿਤਾ ਪਰਮੇਸ਼ਰ। ਜੋ ਅਸੀਂ ਮੰਗੇ ਤੁਸੀਂ ਕਰ ਦਿੱਤਾ ਹੈ। ਛੋਟੀ ਬੇਨਤੀ ਪ੍ਰਾਰਥਨਾ ਪਿਆਰੇ ਬੇਟੇ ਯਿਸੂ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਸੋਹਣਾ ਸੁੰਦਰ ਸਮਾਂ ਦਿੱਤਾ ਵਾ। ਜਿਹੜਾ ਪਰਮੇਸ਼ਰ ਆ ਉਹ ਜਿਉਂਦਾ ਵਾ ਅਤੇ ਉਹ ਸ੍ਰਿਸ਼ਟੀ ਕਰਤਾ ਪਰਮੇਸ਼ਰ ਆ। ਜਿਸ ਤਰ੍ਹਾਂ ਅਸੀਂ ਅੱਜ ਦੇਖਾਂਗੇ, ਅਸੀਂ ਦੇਖੇ ਸਾਨੂੰ ਪਵਿੱਤਰ ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਆ। ਅੱਜ ਅਸੀਂ ਸਿੱਖਾਂਗੇ ਕਿ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕਿਸ ਤਰ੍ਹਾਂ ਕੀਤੀ ਆ। ਅੱਜ ਇੱਕ ਅਸੀਂ ਬਚਨ ਪੜਾਂਗੇ ਉਤਪਤੀ 1 ਦੇ ਵਿੱਚ ਲਿਖਿਆ ਵਾ, ਆਦਿ ਵਿੱਚ ਪਰਮੇਸ਼ਰ ਨੇ ਆਕਾਸ਼ ਤੇ ਧਰਤੀ ਦੀ ਰਚਨਾ ਕੀਤੀ। ਪਰਮੇਸ਼ਰ ਜਿਉਂਦਾ ਵਾ। ਪਰਮੇਸ਼ਰ ਨੇ ਆਕਾਸ਼ ਤੇ ਧਰਤੀ ਦੀ ਕੀ ਕੀਤੀ ਆ ਵਾ ਰਚਨਾ ਵਾ। ਜਿਹੜੀ ਬਾਈਬਲ ਆ ਸਾਨੂੰ ਸ੍ਰਿਸ਼ਟੀ ਬਾਰੇ ਸਿਖਾਉਂਦੀ ਹੈ ਕਿ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕਿਸ ਤਰ੍ਹਾਂ ਕੀਤੀ ਆ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਪਹਿਲਾਂ ਧਰਤੀ ਦੇ ਉੱਤੇ ਕੁਛ ਨਹੀਂ ਸੀਗਾ। ਸਿਰਫ ਇੱਕ ਧਰਤੀ ਦੇ ਉੱਤੇ ਉਹੀ ਇੱਕ ਚੀਜ਼ ਹੀ ਸੀਗੀ, ਇੱਕ ਹਨੇਰਾ ਸੀਗਾ ਅਤੇ ਇੱਕ ਸੀ ਉਹ ਸੀ ਪਾਣੀ ਸੀ। ਕੁਛ ਨਹੀਂ ਸੀ ਧਰਤੀ ਦੇ ਉੱਤੇ, ਬਸ ਧਰਤੀ ਦੇ ਇੱਕ ਹਨੇਰਾ ਸੀਗਾ ਅਤੇ ਪਾਣੀ ਸੀਗਾ। ਜਦੋਂ ਪਰਮੇਸ਼ਰ ਨੇ ਦੇਖਿਆ ਤਾਂ ਪਰਮੇਸ਼ਰ ਨੇ ਕੀ ਕੀਤਾ, ਇੱਕ ਜਿਹੜਾ ਪਾਣੀ ਸੀ ਉਹਦੇ ਉੱਪਰ ਨੀਲੇ ਆਕਾਸ਼ ਜਿਹੜਾ ਇੱਕ ਅਸਮਾਨ ਦੇਖਦੇ ਹਾਂ ਉਹਦੀ ਇੱਕ ਛੱਤ ਬਣਾਤੀ ਜਿਹਨੂੰ ਅੱਜ ਅਸੀਂ ਆਕਾਸ਼ ਕਹਿੰਦੇ ਹਾਂ। ਅਤੇ ਫਿਰ ਪਰਮੇਸ਼ਰ ਨੇ ਕੀ ਕੀਤਾ, ਅਤੇ ਜਿਵੇਂ ਅਸੀਂ ਦੇਖਦੇ ਹਾਂ ਸਾਰਾ ਆਕਾਸ਼ ਦੇ ਉੱਪਰ ਬੱਦਲ ਆ, ਜਿਵੇਂ ਰਾਈ ਦੇ ਢੇਰ ਦੇ ਸਮਾਨ ਹੁੰਦੇ ਆ, ਜਿਵੇਂ ਰਾਈ ਦਾ ਢੇਰ ਆ ਉਹਦੇ ਸਮਾਨ ਇੱਕ ਬੱਦਲ ਹੁੰਦੇ ਆ। ਅਸੀਂ ਦੇਖਦੇ ਹਾਂ ਉਹ ਇੱਧਰ ਉੱਧਰ ਬੱਦਲ ਘੁੰਮਦੇ ਫਿਰਦੇ ਆ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਸੋਹਣੇ ਬੱਦਲਾਂ ਨੂੰ ਵੀ ਬਣਾਇਆ ਵਾ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਵਾ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਬੱਦਲਾਂ ਨੂੰ ਵੀ ਬਣਾਇਆ। ਅਸੀਂ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ। ਅਤੇ ਪਰਮੇਸ਼ਰ ਨੇ ਦੇਖਦੇ ਹਾਂ ਅਸੀਂ ਜਿਸ ਤਰ੍ਹਾਂ ਪਰਮੇਸ਼ਰ ਨੇ ਜਾਨਵਰਾਂ ਨੂੰ ਬਣਾਇਆ, ਪੰਛੀਆਂ ਨੂੰ ਬਣਾਇਆ, ਬਹੁਤ ਕੁਛ ਪਰਮੇਸ਼ਰ ਨੇ ਸਾਡੇ ਲਈ ਬਣਾਇਆ। ਤੁਸੀਂ ਹਾਥੀ ਨੂੰ ਦੇਖਿਆ ਹੀ ਹੋਣਾ ਵਾ, ਉਹਦੀ ਬਹੁਤ ਵੱਡੀ ਸੁੰਡ ਹੁੰਦੀ ਆ, ਉਹਦੇ ਵੱਡੇ ਵੱਡੇ ਕੰਨ ਹੁੰਦੇ ਆ ਅਤੇ ਉਹਦਾ ਜਿਹੜਾ ਪੈਰ ਹੁੰਦਾ ਵਾ ਇੱਕ ਥੰਮ ਦੇ ਵਰਗਾ ਹੁੰਦਾ ਵਾ। ਅਤੇ ਤੁਸੀਂ ਚਿੜੀਆਂ ਨੂੰ ਵੀ ਦੇਖਿਆ ਹੋਣਾ, ਅੱਡ ਅੱਡ ਨੇ, ਨਿੱਕੀਆਂ ਚਿੜੀਆਂ, ਵੱਡੀਆਂ ਚਿੜੀਆਂ ਨੇ, ਸੋਹਣੀਆਂ ਸੋਹਣੀਆਂ ਚਿੜੀਆਂ ਨੇ। ਇਹਨਾਂ ਨੂੰ ਵੀ ਪਰਮੇਸ਼ਰ ਨੇ ਬਣਾਇਆ ਵਾ। ਅਸੀਂ ਉਹਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਨਾ ਵਾ। ਅਤੇ ਤੁਸੀਂ ਮੋਰ ਨੂੰ ਦੇਖਿਆ ਹੋਣਾ ਵਾ, ਮੋਰ ਦੀ ਕੀ ਵਿਸ਼ੇਸ਼ਤਾ ਵਾ। ਮੋਰ ਇੱਕ ਨੱਚਣ ਵਾਲਾ ਪੰਛੀ ਆ। ਅਸੀਂ ਦੇਖਦੇ ਹਾਂ ਜਦੋਂ ਮੋਰ ਪੈਲ ਪਾਉਂਦਾ ਵਾ ਅਸੀਂ ਉਹਦੀ ਪੈਲ ਨੂੰ ਦੇਖ ਕੇ ਕਿੰਨਾ ਖੁਸ਼ ਹੁੰਦੇ ਹਾਂ। ਉਹਨੂੰ ਵੀ ਪਰਮੇਸ਼ਰ ਨੇ ਬਣਾਇਆ ਵਾ। ਸਭ ਕੁਛ ਪਰਮੇਸ਼ਰ ਨੇ ਜੋ ਵੀ ਆਪਦੇ ਮੂੰਹ ਦੇ ਦੁਆਰਾ ਆਖਿਆ ਉਹ ਸਾਰਾ ਕੁਛ ਬਣ ਗਿਆ। ਪਰਮੇਸ਼ਰ ਨੇ ਕਿਹਾ ਉਜਾਲਾ ਹੋਵੇ, ਪਰਮੇਸ਼ਰ ਨੇ ਜਿਹੜਾ ਉਜਾਲਾ ਸੀ ਉਹਨੂੰ ਦਿਨ ਆਖਿਆ ਅਤੇ ਜਿਹੜਾ ਰਾਤ ਜਿਹੜਾ ਹਨੇਰਾ ਸੀ ਪਰਮੇਸ਼ਰ ਨੇ ਉਹਨੂੰ ਰਾਤ ਆਖਿਆ ਵਾ। ਅਤੇ ਇਸ ਤਰ੍ਹਾਂ ਜਿਵੇਂ ਅਸੀਂ ਇਹਦੇ ਵਿੱਚ ਦੇਖਦੇ ਹਾਂ ਦਰਿਆਈ ਘੋੜਾ, ਪਰਮੇਸ਼ਰ ਨੇ ਦਰਿਆਈ ਘੋੜੇ ਨੂੰ ਵੀ ਤੁਸੀਂ ਦੇਖਿਆ ਹੋਣਾ, ਕਿਸੇ ਨੇ ਦਰਿਆਈ ਘੋੜੇ ਦਾ ਬਹੁਤ ਵੱਡਾ ਮੂੰਹ ਹੁੰਦਾ ਵਾ, ਉਹਦੀ ਵਿਸ਼ੇਸ਼ਤਾ ਵਾ। ਉਹਨੂੰ ਵੀ ਪਰਮੇਸ਼ਰ ਨੇ ਬਣਾਇਆ ਵਾ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸੁੰਦਰ ਫਲ ਹੋ ਗਏ ਉਹ ਵੀ ਪਰਮੇਸ਼ਰ ਨੇ ਸਾਡੇ ਲਈ ਵੀ ਬਣਾਇਆ। ਅਸੀਂ ਦੇਖਦੇ ਹਾਂ ਜਿਹੜੇ ਸਾਨੂੰ ਫਲ ਆ ਇਹਨਾਂ ਤੋਂ ਦੇਖੋ, ਜਿਵੇਂ ਆਕਾਸ਼ ਤੋਂ ਵੀ ਸਾਨੂੰ ਲਾਭ ਹੁੰਦਾ ਵਾ, ਕਿਉਂਕਿ ਜਦੋਂ ਸਾਨੂੰ ਮੀਂਹ ਦੀ ਲੋੜ ਹੁੰਦੀ ਆ, ਜਿਵੇਂ ਦਰੱਖਤ ਹੋ ਗਏ, ਕਿਉਂਕਿ ਜੇਕਰ ਦਰੱਖਤਾਂ ਨੂੰ ਪਾਣੀ ਪਊਗਾ ਤਾਂ ਫਿਰ ਹੀ ਸਾਨੂੰ ਦਰੱਖਤਾਂ ਦੇ ਵਿੱਚੋਂ ਫਲ ਮਿਲਣਗੇ, ਸਬਜ਼ੀਆਂ ਮਿਲਣਗੀਆਂ। ਇਸ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਕਿ ਪਰਮੇਸ਼ਰ ਨੇ ਸਾਨੂੰ
ਉਹ ਫਲ ਦਿੱਤੇ ਨੇ, ਸਬਜ਼ੀਆਂ ਦਿੱਤੀਆਂ ਨੇ। ਅਸੀਂ ਦੇਖਦੇ ਹਾਂ ਜਿਸ ਤਰ੍ਹਾਂ ਪਾਣੀ ਦੇ ਵਿੱਚ ਕਿੰਨੀਆਂ ਸੁੰਦਰ ਸੁੰਦਰ ਮਛਲੀਆਂ ਨੇ, ਪਰਮੇਸ਼ਰ ਨੇ ਰੰਗ ਬਿਰੰਗੇ ਮਛਲੀਆਂ ਨੂੰ ਵੀ ਬਣਾਇਆ ਵਾ। ਉਹਨਾਂ ਨੂੰ ਵੀ ਅਸੀਂ ਦੇਖ ਕੇ ਕਿੰਨਾ ਆਪਾਂ ਨੂੰ ਖਾਸ ਹੁੰਦੇ ਕਿ ਪਰਮੇਸ਼ਰ ਨੇ ਜਿਸ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਦੁੱਧ ਦੇਣ ਵਾਲੇ ਵੀ ਪਸ਼ੂ ਦਿੱਤੇ ਆ, ਜਿਸ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਗਾਂ, ਮੱਝ, ਬੱਕਰੀ ਇਹਨਾਂ ਤੋਂ ਸਾਨੂੰ ਦੁੱਧ ਮਿਲਦਾ ਵਾ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਵਾ ਕਿ ਪਰਮੇਸ਼ਰ ਨੇ ਉਹ ਸਾਨੂੰ ਪਸ਼ੂ ਦਿੱਤੇ ਆ। ਅਤੇ ਪਰਮੇਸ਼ਰ ਨੇ ਕੀ ਕੀਤਾ, ਅਲੱਗ ਅਲੱਗ ਪ੍ਰਕਾਰ ਦੀਆਂ ਮਛਲੀਆਂ ਜਿਸ ਤਰ੍ਹਾਂ ਅਸੀਂ ਦੇਖਿਆ ਵਾ। ਜਿਵੇਂ ਅਸੀਂ ਦੇਖਦੇ ਹਾਂ ਪਰਮੇਸ਼ਰ ਨੇ ਸਾਡੇ ਲਈ ਫਲ ਬਣਾਇਆ, ਫਲ ਸਾਨੂੰ ਚੰਗੇ ਲੱਗਦੇ ਆ, ਕਿੰਨੇ ਸੋਹਣੇ ਹੁੰਦੇ ਆ। ਅਸੀਂ ਪਰਮੇਸ਼ਰ ਦਾ ਉਹਦੇ ਲਈ ਵੀ ਧੰਨਵਾਦ ਕਰਨਾ ਵਾ। ਅਤੇ ਜਿਸ ਤਰ੍ਹਾਂ ਅਸੀਂ ਸਿੱਖਦੇ ਹਾਂ, ਅਸੀਂ ਸਿੱਖਾਂਗੇ ਸ੍ਰਿਸ਼ਟੀਕਰਤਾ ਪਰਮੇਸ਼ਰ ਬਾਰੇ ਅੱਜ ਅਸੀਂ ਸਿੱਖਿਆ ਵਾ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਜਿਹੜਾ ਪਰਮੇਸ਼ਰ ਆ ਸ੍ਰਿਸ਼ਟੀ ਦੀ ਰਚਨਾਹਾਰ ਆ। ਆਦਿ ਵਿੱਚ ਪਰਮੇਸ਼ਰ ਨੇ ਪ੍ਰਿਥਵੀ ਤੇ ਆਕਾਸ਼ ਨੂੰ ਬਣਾਇਆ ਵਾ। ਪਹਿਲੇ ਦਿਨ ਪਰਮੇਸ਼ਰ ਨੇ ਉਜਾਲੇ ਨੂੰ ਬਣਾਇਆ। ਪਹਿਲੇ ਦਿਨ ਤੁਸੀਂ ਹੁਣ ਚੇਤੇ ਰੱਖਣਾ, ਪਰਮੇਸ਼ਰ ਨੇ 6 ਦਿਨਾਂ ਦੇ ਵਿੱਚ ਸ੍ਰਿਸ਼ਟੀ ਦੀ ਰਚਨਾ ਕੀਤੀ ਆ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਪਹਿਲੇ ਦਿਨ ਪਰਮੇਸ਼ਰ ਨੇ ਕੀ ਬਣਾਇਆ, ਉਜਾਲਾ ਬਣਾਇਆ। ਅਤੇ ਪਰਮੇਸ਼ਰ ਨੇ ਆਖਿਆ ਉਜਾਲਾ ਹੋ ਜੇ। ਉਸ ਦੇ ਉਜਾਲੇ ਨੂੰ ਪਰਮੇਸ਼ਰ ਨੇ ਕੀ ਆਖਿਆ, ਦਿਨ ਆਖਿਆ, ਜਿਹਨੂੰ ਅੱਜ ਅਸੀਂ ਕਹਿੰਦੇ ਹਾਂ ਦਿਨ। ਅਤੇ ਪਰਮੇਸ਼ਰ ਨੇ ਫਿਰ ਕੀ ਆਖਿਆ, ਆਕਾਸ਼ ਬਣਾਇਆ। ਅਤੇ ਅਸੀਂ ਆਕਾਸ਼ ਨੂੰ ਅਸਮਾਨ ਵੀ ਕਹਿ ਦਿੰਦੇ ਹਾਂ ਅਤੇ ਸੁੰਦਰ ਆਕਾਸ਼ ਅਤੇ ਨੀਲਾ ਆਕਾਸ਼ ਵੀ ਕਹਿ ਦਿੰਦੇ ਹਾਂ। ਅਤੇ ਫਿਰ ਕੀ ਕੀਤਾ, ਪਰਮੇਸ਼ਰ ਨੇ ਤੀਸਰੇ ਦਿਨ ਜ਼ਮੀਨ ਅਤੇ ਸਮੁੰਦਰ ਬਣਾਇਆ। ਜਿਹੜਾ ਪਾਣੀ ਸੀ ਪਰਮੇਸ਼ਰ ਨੇ ਉਹਨੂੰ ਇੱਕ ਦਾ ਇਕੱਠਾ ਕਰ ਦਿੱਤਾ, ਜਿਹਨੂੰ ਅੱਜ ਅਸੀਂ ਸਮੁੰਦਰ ਕਹਿ ਦਿੰਦੇ ਹਾਂ। ਅਸੀਂ ਕਹਿੰਦੇ ਨੇ ਹੁੰਦੇ ਬਹੁਤ ਵੱਡਾ ਸਮੁੰਦਰ ਬਣਾਇਆ ਹੋਇਆ ਪਰਮੇਸ਼ਰ ਨੇ। ਉਹਦੇ ਵਿੱਚ ਪਰਮੇਸ਼ਰ ਨੇ ਇੱਕ ਪਾਣੀ ਨੂੰ ਇਕੱਠਾ ਕੀਤਾ ਹੋਇਆ ਅਤੇ ਇੱਕ ਪਰਮੇਸ਼ਰ ਨੇ ਕੀ ਕੀਤਾ ਹੋਇਆ ਵਾ, ਅਸਮਾਨ ਬਣਾਇਆ ਹੋਇਆ ਨੀਲਾ। ਉਹਦੇ ਉੱਤੇ ਪਰਮੇਸ਼ਰ ਨੇ ਪਾਣੀ ਦੀ ਛੱਤ ਬਣਾ ਦਿੱਤੀ। ਚੌਥੇ ਦਿਨ ਪਰਮੇਸ਼ਰ ਨੇ ਸੂਰਜ, ਚੰਦ, ਤਾਰੇ, ਪਰਮੇਸ਼ਰ ਨੇ ਸਾਡੇ ਲਈ ਤਾਰੇ ਵੀ ਬਣਾਇਆ। ਟਿਮਟਿਮਾਉਂਦੇ ਤਾਰੇ ਸਾਨੂੰ ਰਾਤ ਨੂੰ ਕਿੰਨੇ ਸੋਹਣੇ ਲੱਗਦੇ ਆ ਤਾਰੇ, ਉਹ ਵੀ ਪਰਮੇਸ਼ਰ ਨੇ ਸਾਡੇ ਲਈ ਬਣਾਏ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਪਰਮੇਸ਼ਰ ਨੇ 5ਵੇਂ ਦਿਨ ਸਾਡੇ ਲਈ ਆਕਾਸ਼ ਦੇ ਵਿੱਚ ਉੱਡਣ ਵਾਲੇ ਪੰਛੀ ਬਣਾਏ, ਕਿੰਨੇ ਸੋਹਣੇ ਲੱਗਦੇ ਹਨ ਆਪਾਂ ਨੂੰ। ਆਕਾਸ਼ ਵਿੱਚ ਚਿੜੀਆਂ, ਤੋਤੇ, ਉੱਲੂ, ਬਹੁਤ ਕੁਛ ਪਰਮੇਸ਼ਰ ਨੇ ਬਣਾਇਆ। ਜਾਨਵਰ, ਸ਼ੇਰ, ਚੀਤਾ, ਸਾਰਿਆਂ ਦੇ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ, ਤੁਹਾਨੂੰ ਪਤਾ ਵਾ। ਅਤੇ ਜਿਹੜਾ 6ਵਾਂ ਦਿਨ ਸੀ ਉਸ ਦਿਨ ਪਰਮੇਸ਼ਰ ਨੇ ਕੀ ਬਣਾਇਆ ਵਾ, ਸਭ ਪ੍ਰਕਾਰ ਦੇ ਜਾਨਵਰਾਂ ਨੂੰ, ਪੁਰਸ਼ ਅਤੇ ਇਸਤਰੀ ਨੂੰ ਬਣਾਇਆ। ਇਹ ਤੁਹਾਨੂੰ ਮੈਂ ਅੱਗੇ ਸਿਖਾਊਂਗੀ ਪਰਮੇਸ਼ਰ ਨੇ ਜਿਸ ਤਰ੍ਹਾਂ ਉਜਾਲਾ, ਇਹ ਸਾਰਾ ਕੁਛ ਅੱਗੇ ਪਾਠਾਂ ਦੇ ਵਿੱਚ ਹੋਊਗਾ। ਅੱਜ ਅਸੀਂ ਪਾਠ ਦੇ ਵਿੱਚ ਸਾਨੂੰ ਇਹੀ ਸਿੱਖਣ ਨੂੰ ਮਿਲਿਆ ਵਾ ਕਿ ਪਰਮੇਸ਼ਰ ਨੇ ਸਾਡੇ ਲਈ ਸਭ ਕੁਛ ਬਣਾਇਆ। ਜਦੋਂ ਪਰਮੇਸ਼ਰ ਨੇ ਦੇਖਿਆ ਵੀ ਇਹ ਸਾਰਾ ਕੁਛ ਚੰਗਾ, ਤਾਂ ਪਰਮੇਸ਼ਰ ਨੇ ਆਖਿਆ ਵਾ ਇਹ ਸਭ ਕੁਛ ਚੰਗਾ ਵਾ, ਤਾਂ ਪਰਮੇਸ਼ਰ ਦੇਖ ਕੇ ਉਹਨੂੰ ਬਹੁਤ ਜ਼ਿਆਦਾ ਖਾਸ ਹੋਇਆ। ਪਰਮੇਸ਼ਰ ਨੇ ਉਹ ਜਿਹੜਾ ਕੁਛ ਬਣਾਇਆ ਸੀ ਉਹਨੂੰ ਸਭ ਨੂੰ ਆਸੀਸ ਦਿੱਤੀ ਆ। ਅਤੇ ਇਹਦੇ ਵਿੱਚ ਕੁਛ ਪ੍ਰਸ਼ਨ ਨੇ ਜਿਨ੍ਹਾਂ ਨੂੰ ਤੁਸੀਂ ਕਰਨਾ ਵਾ। ਅੱਜ ਮੈਂ ਤੁਹਾਨੂੰ ਪ੍ਰਸ਼ਨ ਪੁੱਛਾਂਗੀ, ਰਾਈ ਦੇ ਸਮਾਨ ਆਕਾਸ਼ ਦੇ ਵਿੱਚ ਕੀ ਦਿਖਾਈ ਦਿੰਦਾ ਵਾ? ਰਾਈ ਦੇ ਸਮਾਨ ਕੀ ਦਿਖਾਈ ਦਿੰਦਾ ਵਾ? ਬੱਦਲ ਦਿਖਾਈ ਦਿੰਦਾ ਵਾ। ਅਤੇ ਪੰਛੀ ਔਰ ਜਾਨਵਰਾਂ ਨੂੰ ਕਿਹਨੇ ਬਣਾਇਆ? ਪੰਛੀ ਔਰ ਜਾਨਵਰਾਂ ਨੂੰ ਵੀ ਪਰਮੇਸ਼ਰ ਨੇ ਬਣਾਇਆ ਵਾ। ਅਤੇ ਮੋਰ ਦੀ ਕੀ ਵਿਸ਼ੇਸ਼ਤਾ ਵਾ? ਅਤੇ ਮੋਰ ਦੇ ਵਿੱਚ ਇਹ ਵਿਸ਼ੇਸ਼ਤਾ ਕਿ ਉਹ ਨੱਚਣ ਦੀ ਵਿਸ਼ੇਸ਼ਤਾ ਉਹਦੇ ਵਿੱਚ। ਮੋਰ ਨੱਚਦਾ ਅਤੇ ਉਹ ਮੋਰ ਪੈਲ ਪਾਉਂਦਾ, ਸਾਨੂੰ ਕਿੰਨਾ ਸੋਹਣਾ ਲੱਗਦਾ ਵਾ। ਅਤੇ ਵੱਡੇ ਮੂੰਹ ਵਾਲਾ ਕਿਹੜਾ ਪੰਛੀ ਆ? ਵੱਡੇ ਮੂੰਹ ਵਾਲਾ ਹੈਗਾ ਵਾ ਦਰਿਆਈ ਘੋੜਾ ਵਾ। ਅਤੇ ਕਿਹੜੇ ਜਾਨਵਰ ਸਾਨੂੰ ਦੁੱਧ ਦਿੰਦੇ ਆ? ਗਾਂ, ਮੱਝ, ਬੱਕਰੀ, ਇਹਨਾਂ ਤੋਂ ਸਾਨੂੰ ਕੀ ਮਿਲਦਾ ਵਾ? ਦੁੱਧ ਮਿਲਦਾ ਵਾ। ਅਤੇ ਸਵਰਗ ਅਤੇ ਧਰਤੀ ਨੂੰ ਕਿਹਨੇ ਬਣਾਇਆ ਵਾ? ਸਵਰਗ ਅਤੇ ਧਰਤੀ ਨੂੰ ਵੀ ਪਰਮੇਸ਼ਰ ਨੇ ਬਣਾਇਆ, ਚਾਹੁੰਦੇ ਪਰਮੇਸ਼ਰ ਨੇ। ਅਤੇ ਪਰਮੇਸ਼ਰ ਨੇ ਕਿਸ ਮਨੁੱਖ ਨੂੰ, ਪਰਮੇਸ਼ਰ ਨੇ ਕਿਹੜੇ ਦਿਨ ਮਨੁੱਖ ਨੂੰ ਬਣਾਇਆ? ਪਰਮੇਸ਼ਰ ਨੇ 6ਵੇਂ ਦਿਨ ਮਨੁੱਖ ਨੂੰ ਬਣਾਇਆ। ਅਤੇ ਮਛਲੀਆਂ ਕਿੱਥੇ ਰਹਿੰਦੀਆਂ ਨੇ? ਮਛਲੀਆਂ ਪਾਣੀ ਦੇ ਵਿੱਚ ਰਹਿੰਦੀਆਂ ਨੇ। ਬੁੱਲਾਂ ਅਤੇ ਪੇੜਾਂ ਨੂੰ ਵੀ ਪਰਮੇਸ਼ਰ ਨੇ ਬਣਾਇਆ ਵਾ। ਕੀ ਤੁਸੀਂ ਇਹ ਕਹਾਣੀ ਕਿਸੇ ਨੂੰ ਸੁਣਾਓਗੇ? ਤੁਸੀਂ ਇਹ ਕਹਾਣੀ ਕਿਸੇ ਨੂੰ ਗਾਂ ਸੁਣਾਉਣੀ ਆ, ਕਿਉਂਕਿ ਜਿਹੜਾ ਪਰਮੇਸ਼ਰ ਆ ਉਹ ਸ੍ਰਿਸ਼ਟੀਕਰਤਾ ਵਾ। ਅੱਜ ਦੇ ਵਚਨ ਵਿੱਚ ਸਾਨੂੰ ਜੀਵਨ ਦੀ ਸਿੱਖਿਆ ਹੀ ਮਿਲਦੀ ਆ। ਪਰਮੇਸ਼ਰ ਕੀ ਇੱਕ ਵੱਡਾ ਵਾ, ਪਰਮੇਸ਼ਰ ਸਾਰੇ ਸ੍ਰਿਸ਼ਟੀ ਦਾ ਰਚਨਾਹਾਰਾ ਵਾ। ਪਰਮੇਸ਼ਰ ਨੇ ਜੋ ਵੀ ਆਪਦੇ ਮੂੰਹ 'ਚੋਂ ਬੋਲਿਆ ਉਹ ਸਾਰਾ ਕੁਛ ਹੋ ਗਿਆ, ਕਿਉਂਕਿ ਪਰਮੇਸ਼ਰ ਜਿਉਂਦਾ ਵਾ ਅਤੇ ਧਰਤੀ ਦਾ ਕਰਤਾ ਵਾ। ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਅਤੇ ਪਰਮੇਸ਼ਰ ਸ੍ਰਿਸ਼ਟੀਕਰਤਾ ਸੀ। ਪਰਮੇਸ਼ਰ ਬਹੁਤ ਬਹੁਤ ਧੰਨਵਾਦ ਕਰਨਾ ਵਾ ਕਿ ਪਰਮੇਸ਼ਰ ਨੇ ਸਾਡੇ ਲਈ ਨੀਲਾ ਆਕਾਸ਼ ਬਣਾਇਆ, ਫਲ ਬਣਾਏ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਵਾ। ਯਿਸੂ ਮਸੀਹ ਜਿਉਂਦਾ ਵਾ, ਪਰਮੇਸ਼ਰ ਆ, ਪ੍ਰਭੂ ਆ, ਉਹ ਸ੍ਰਿਸ਼ਟੀਕਰਤਾ ਵਾ। ਅਸੀਂ ਪਰਮੇਸ਼ਰ ਦਾ ਲੱਖਾਂ ਕਰੋੜਾਂ ਵਾਰ ਧੰਨਵਾਦ ਕਰਦੇ ਵਾ। ਜੇ ਪਰਮੇਸ਼ਰ ਦੀ ਇੱਛਾ ਸੀਗਾ ਸਾਨੂੰ ਪਰਮੇਸ਼ਰ ਨੇ ਜਿਸ ਤਰ੍ਹਾਂ ਉਹਨਾਂ ਨੇ ਇੱਕ ਅਦਨ ਦੀ ਵਾਟਿਕਾ ਦਿੱਤੀ ਅਤੇ ਪਰਮੇਸ਼ਰ ਨੇ ਉਹਦੇ ਵਿੱਚ ਫਲ ਪਰਮੇਸ਼ਰ ਨੇ ਸਾਰਾ ਕੁਛ ਬਣਾਇਆ, ਬਹੁਤ ਸੋਹਣਾ ਬਣਾਇਆ, ਸੁੰਦਰ ਬਣਾਇਆ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਵਾ।
ਤੇ ਅਸੀਂ ਪਰਮੇਸ਼ਰ ਨਾਲ ਪ੍ਰੇਮ ਕਰਨਾ, ਕਿਉਂਕਿ ਉਹਨੇ ਸਾਡੇ ਨਾਲ ਬਹੁਤ ਪ੍ਰੇਮ ਕੀਤਾ ਵਾ। ਜਿਸ ਤਰ੍ਹਾਂ ਪਰਮੇਸ਼ਰ ਨੇ ਸਾਡੇ ਨਾਲ ਪ੍ਰੇਮ ਕੀਤਾ, ਅਸੀਂ ਵੀ ਪਰਮੇਸ਼ਰ ਦੇ ਨਾਲ ਪ੍ਰੇਮ ਕਰਨਾ ਵਾ। ਤੇ ਪਰਮੇਸ਼ਰ ਸ੍ਰਿਸ਼ਟੀ ਕਰਤਾ, ਅਸੀਂ ਉਹਦੀ ਹਮੇਸ਼ਾ ਆਰਾਧਨਾ ਕਰਨੀ ਆ, ਕਿਉਂਕਿ ਪਰਮੇਸ਼ਰ ਸ੍ਰਿਸ਼ਟੀ ਕਰਤਾ, ਪਰਮੇਸ਼ਰ ਸਿਰਜਣਹਾਰਾ ਵਾ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਕਿ ਪਰਮੇਸ਼ਰ ਨੇ ਮੈਨੂੰ ਮੌਕਾ ਦਿੱਤਾ ਤੁਹਾਨੂੰ ਸਿਖਾਉਣ ਲਈ। ਪਰਮੇਸ਼ਰ ਸਾਨੂੰ ਆਸੀਸ ਦੇ, ਬਰਕਤ ਦੇ। ਤੁਸੀਂ ਜੋ ਵੀ ਇਹਦੇ ਵਿੱਚ ਸਿੱਖਿਆ, ਪਲੀਜ਼ ਮੈਨੂੰ ਦੱਸਣਾ ਕਿ ਤੁਸੀਂ ਕੀ ਸਿੱਖਿਆ ਵਾ, ਕਿਉਂਕਿ ਮੈਨੂੰ ਫੇਰ ਹੀ ਪਤਾ ਲੱਗੂਗਾ ਕਿ ਸਾਨੂੰ ਸ੍ਰਿਸ਼ਟੀ ਕਰਤਾ ਪਰਮੇਸ਼ਰ ਬਾਰੇ ਕੀ ਸਿੱਖਣ ਨੂੰ ਮਿਲਿਆ। ਪਲੀਜ਼ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਕਿ ਪਰਮੇਸ਼ਰ ਨੇ ਸਾਨੂੰ ਚੋਣੇ ਫਲ ਦਿੱਤੇ ਆ, ਪਰਮੇਸ਼ਰ ਨੇ ਸਾਡੇ ਲਈ ਬਣਾਇਆ, ਸ਼ੇਰ, ਚੀਤਾ, ਸਾਰਾ ਕੁਛ, ਬੱਦਲ, ਆਕਾਸ਼, ਸਾਰਾ ਕੁਛ ਪਰਮੇਸ਼ਰ ਨੇ ਬਣਾਇਆ। ਤੁਸੀਂ ਪਲੀਜ਼ ਪਰਮੇਸ਼ਰ ਦਾ ਧੰਨਵਾਦ ਕਰਨਾ ਕਿ ਪਰਮੇਸ਼ਰ ਤੁਹਾਨੂੰ ਆਸੀਸ ਦੇਵੇ। ਆਓ ਅਸੀਂ ਛੋਟੀ ਜਿਹੀ ਪ੍ਰਾਰਥਨਾ ਕਰਾਂਗੇ, ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਤੁਸੀਂ ਵੀ ਮੇਰੇ ਨਾਲ ਧੰਨਵਾਦ ਕਰੋ। हालेलुया हालेलुया। सर्वशक्तिमान ज़मीन आकाश से मालिक, तेरी दया चुने, तेरी कृपा चुने पिता परमेश्वर, हर एक बातें के लिए मैं तेरा धन्यवाद करता है पिता परमेश्वर, तेरा शुक्र करते हैं प्रभु जी। तुझे साढ़े लिए सब कुछ बनाया, तेरा धन्यवाद करते हैं प्रभु जी। तुझे सानू सोने फल प्रभु जी, फल आकाश सुंदर फल प्रभु जी। तुझे सानू प्रभु जी नीला आकाश दिता प्रभु जी, सुंदर मछलियाँ जानवर बनाए, साढ़े लिए दुध देने लिए पशु बनाए। मैं तेरा धन्यवाद करती हूँ, मैं तेरा शुक्र करती पिता परमेश्वर प्रभु जी। मैं तेरा कोटि कोटि धन्यवाद करते प्रभु जी, तेरा धन्यवाद करते। तुझे साढ़े लिए सब कुछ बनाया पिता परमेश्वर प्रभु जी, ते तुझे जानते परमेश्वर हो पिता परमेश्वर, तुझे सृष्टि करता परमेश्वर हो प्रभु। मैं तेरा धन्यवाद करते प्रभु, जो भी इस बच्चे ਨੂੰ ਚਾਹੁੰਦੇ ਨੇ प्रभु जी, उन्होंने जिंदगी ਵਿੱਚ भी ਤੁਸੀਂ ਕਾਰਿਆ ਕਰੋ ਪਿਤਾ परमेश्वर प्रभु जी। ਤੁਸੀਂ ਉਹਨਾਂ ਦੇ ਆਤਮਿਕ ਅੱਖਾਂ ਨੂੰ ਖੋਲੋ प्रभु जी, ਉਹ ਜਾਣ ਸਕਣ ਕਿ ਤੁਸੀਂ ਉਹ ਸ੍ਰਿਸ਼ਟੀ ਕਰਤਾ परमेश्वर हो प्रभु। तेरी दया चुने, मैं तेरी किरपा चुनिया। ਤੁਸੀਂ ਮੈਨੂੰ ਅੱਜ ਦਾ ਵਚਨ ਦੇ ਸੁਣਾਉਣ ਦੇ ਲਈ ਮੌਕਾ ਦਿੱਤਾ प्रभु जी। ਇਹ ਵਚਨ ਇਹਨਾਂ ਦੀ ਜ਼ਿੰਦਗੀ ਵਿੱਚ ਕਾਰਿਆ ਕਰੇ ਪਿਤਾ परमेश्वर। ਜੋ ਕੁਝ ਅਸੀਂ ਜਿਸ ਪੜ੍ਹਿਆ ਤੁਸੀਂ ਉਸ ਨੂੰ ਸਾਡੇ ਹਿਰਦੇ ਵਿੱਚ ਬੋਲ प्रभु जी। ਅੱਜ ਦਾ ਵਚਨ 30 ਗੁਣਾ 60 ਗੁਣਾ ਬਲਕਿ 1000 ਗੁਣਾ ਪਾ ਲੈ ਕੇ प्रभु जी। ਅੱਜ ਦਾ ਵਚਨ ਸ਼ੈਤਾਨ ਇਹਨਾਂ ਤੋਂ ਚੁਰਾ ਕੇ ਨਾ ਲੈ ਕੇ ਜਾਵੇ प्रभु जी। ਅੱਜ ਦਾ ਵਚਨ ਇਹਨਾਂ ਦੀ ਜ਼ਿੰਦਗੀ ਵਿੱਚ ਕਾਰਿਆ ਕਰੇ। ਜੋ ਅਸੀਂ ਮੰਗਿਆ ਤੁਸੀਂ ਕਰ ਦਿੱਤਾ। ਇਹ ਛੋਟੀ ਬੇਨਤੀ ਪ੍ਰਾਰਥਨਾ ਪਿਆਰੇ ਬੇਟੇ ਯਿਸੂ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹੁਣ ਯਿਸੂ ਮਸੀਹ ਦਾ ਅਨੁਗ੍ਰਹਿ ਪਿਤਾ परमेश्वर ਦਾ ਪ੍ਰੇਮ ਪਵਿੱਤਰ ਆਤਮਾ ਦੀ ਸੰਗਤੀ तमाम दासियां ना यीशु मसीह के दूसरे आगमन तक हमेशा ਲਈ ਹੁੰਦੀ ਰਹੇ, आमीन हालेलुया। परमेश्वर ਤੁਹਾਨੂੰ बहुत ज़्यादा आशीष देवे। मैं परमेश्वर का धन्यवाद करती हूँ कि तुसी समा कढ़ के परमेश्वर के पवित्र वचन के विच जो कुछ सिक्ख्या, पर मैं जरूर आस करती हूँ कि तुहानूं अज सृष्टि करता परमेश्वर के बारे कुछ सीखने को मिला। परमेश्वर तुहानूं आशीष देवे। सारे मेरे वालों जय मसीह।